ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨਾਂ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 12ਵੇਂ ਅਧਿਆਇ ਦੀ 4 ਆਇਤ ਤੋਂ ਲੈ ਕੇ ਅਖੀਰ ਤੱਕ ਦੇ ਵਚਨਾਂ ਦਾ ਅਧਿਐਨ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਆਖਰੀ ਸ਼ਬਦਾਂ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੀ ਮੋਹਰ ਬਾਰੇ ਜਾਣਿਆ। ਇਹ ਸਾਨੂੰ ਵੱਡੇ ਕਸ਼ਟ ਬਾਰੇ ਜਾਣਕਾਰੀ ਦਿੰਦਾ ਹੈ। ਅਸੀਂ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਤਾਂ ਫਿਰ ਦੋਸਤੋ, ਆਓ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਦਾਖਲ ਹੋਈਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਰੱਬ ਨੇ ਬਣਾਇਆ ਤੈਨੂੰ ਮਿੱਟੀ ਦੇ ਖਿਡੌਣਿਆਂ, ਕਰਦਾ ਏ ਮਾਣ ਕਾਦਾ ਘੜੀ ਦੇ ਪਰੌਣਿਆਂ। ਰੱਬ ਨੇ ਬਣਾਇਆ ਤੈਨੂੰ ਮਿੱਟੀ ਦੇ ਖਿਡੌਣਿਆਂ, ਕਰਦਾ ਏ ਮਾਣ ਕਾਦਾ ਘੜੀ ਦੇ ਪਰੌਣਿਆਂ। ਇਹ ਨੀ ਤੇਰਾ ਦੇਸ ਤੈਨੂੰ ਚੰਗਾ ਭਲਾ ਲੱਭਦਾ, ਇਹ ਨੀ ਤੇਰਾ ਦੇਸ ਤੈਨੂੰ ਚੰਗਾ ਭਲਾ ਲੱਭਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ,
क्यों नहीं भजदा ओदे वल मूर्खा तू छेती क्यों नहीं भजदा जेड़े कम आया ओसे कम क्यों नहीं लगदा जेड़े कम आया ओसे ਮੈਂ ਤੁਹਾਨੂੰ ਦੱਸਦਾ ਹਾਂ ਇਸ ਦਾ ਕੀ ਮਤਲਬ ਹੈ। ਜਿੱਥੇ ਕਿਤੇ ਵੀ ਇਸ ਵਾਤਾਵਰਣ ਵਿੱਚ ਬਾਈਬਲ ਵਿੱਚ ਇਹ ਪਾਇਆ ਜਾਂਦਾ ਹੈ, ਇੱਕ ਅਜਿਹਾ ਵਾਕ ਹੈ ਜੋ ਲੋਕਾਂ ਦੀ ਸੱਚਾਈ ਨੂੰ ਸਮਝਣ ਦੇ ਦ੍ਰਿੜ ਸੰਕਲਪ ਦਾ ਵਰਣਨ ਕਰਦਾ ਹੈ। ਇੱਥੇ ਕਿਹਾ ਗਿਆ ਹੈ ਕਿ ਅੰਤ ਦੇ ਸਮੇਂ ਵਿੱਚ ਬਥੇਰੇ ਇਹ ਸਮਝਣ ਦੀ ਕੋਸ਼ਿਸ਼ ਕਰਦਿਆਂ ਇੱਧਰ ਉੱਧਰ ਭੱਜਦੇ ਫਿਰਨਗੇ ਕਿ ਕੀ ਹੋ ਰਿਹਾ ਹੈ। ਇਹ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀ ਦੁਨੀਆ ਵਿੱਚ ਇਹ ਕੀ ਹੋ ਰਿਹਾ ਹੈ। ਉਹ ਇਸ ਖੋਜ ਵਿੱਚ ਕੀ ਹੋ ਰਿਹਾ ਹੈ ਸਾਰੀਆਂ ਥਾਵਾਂ ਤੇ ਭੱਜੇ ਫਿਰਨਗੇ ਅਤੇ ਅਖੀਰ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਇਸ ਕਿਤਾਬ ਵਿੱਚ ਲੱਭਣਗੇ ਜਿਸ ਦਾ ਅਸੀਂ ਅਧਿਐਨ ਕਰ ਰਹੇ ਹਾਂ। ਵੱਡੇ ਕਸ਼ਟ ਸਮੇਂ ਵਿੱਚ ਮੈਨੂੰ ਯਕੀਨ ਹੈ ਕਿ ਇਹ ਦਾਨੀਏਲ ਦੀ ਕਿਤਾਬ ਹੋਵੇਗੀ। ਸਿਰਫ ਇਹੋ ਹੀ ਕਿਤਾਬ ਹੈ ਜਿਸ ਨੂੰ ਮੈਂ ਜਾਣਦਾ ਹਾਂ ਜੋ ਉਸ ਬਾਰੇ ਕਹਿੰਦੀ ਹੈ ਜੋ ਉੱਥੇ ਹੋਣ ਜਾ ਰਿਹਾ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਅਤੇ ਇਸ ਵਿੱਚੋਂ ਕੁਝ ਸਮਝਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਾਨੀਏਲ ਦੀ ਭਵਿੱਖਬਾਣੀ ਨੂੰ ਸਮਝਣ ਦੀ ਲੋੜ ਹੈ। ਪਵਿੱਤਰ ਵਚਨ ਕਹਿੰਦਾ ਹੈ ਕਿ ਇਸ ਸਮੇਂ ਦੇ ਦੌਰਾਨ ਜਿਸ ਨੂੰ ਅਸੀਂ ਵੱਡੇ ਕਸ਼ਟ ਵਜੋਂ ਜਾਣਦੇ ਹਾਂ, ਮਨੁੱਖ ਇਸ ਗੱਲ ਦੀ ਖੋਜ ਵਿੱਚ ਕਿ ਇੰਨੇ ਵੱਡੇ ਦੁੱਖ ਅਤੇ ਤਕਲੀਫ ਕਿਉਂ ਆਉਂਦੇ ਹਨ, ਜਵਾਬ ਲੱਭਣ ਲਈ ਥਾਂ-ਥਾਂ ਭੱਜੇ ਫਿਰਨਗੇ। ਜਦੋਂ ਇੱਕ ਕੌਮ ਦੂਜੀ ਕੌਮ ਦੇ ਖਿਲਾਫ ਹੋਵੇਗੀ ਅਤੇ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਲਹੂ ਬਹਾਇਆ ਜਾਵੇਗਾ ਅਤੇ ਉਹ ਹਰ ਥਾਂ ਭੱਜੇ ਫਿਰਨਗੇ ਇੱਧਰ ਉੱਧਰ ਖੋਜ ਵਿੱਚ। ਅਖੀਰ ਉਹ ਇਸ ਕਿਤਾਬ ਵਿੱਚ ਆਉਣਗੇ ਅਤੇ ਫਿਰ ਉਹਨਾਂ ਦੀ ਵਿੱਦਿਆ ਵਧੇਗੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਮੈਨੂੰ ਤਾਂ ਇਸ ਬਾਰੇ ਸੋਚਣਾ ਵੀ ਪਸੰਦ ਨਹੀਂ ਹੈ। ਕੀ ਤੁਸੀਂ ਵੱਡੇ ਕਸ਼ਟ ਦੇ ਸਮੇਂ ਵਿੱਚ ਹੋਣ ਦੀ ਕਲਪਨਾ ਕਰ ਸਕਦੇ ਹੋ? ਉਹਨਾਂ ਗੱਲਾਂ ਨੂੰ ਸੋਚ ਕੇ ਜਿਨ੍ਹਾਂ ਬਾਰੇ ਅਸੀਂ ਪ੍ਰਕਾਸ਼ ਦੀ ਪੋਥੀ 6 ਅਧਿਆਏ ਤੋਂ 19 ਅਧਿਆਏ ਵਿੱਚ ਗੱਲ ਕੀਤੀ ਹੈ। ਜਦੋਂ ਪਰਮੇਸ਼ਰ ਦੇ ਸਾਰੇ ਨਿਆਂ ਇਸ ਦੇਸ਼ ਤੇ ਆ ਪੈਣਗੇ ਅਤੇ ਤੁਸੀਂ ਆਤਮਿਕ ਗੱਲਾਂ ਬਾਰੇ ਬਹੁਤ ਕੁਝ ਨਹੀਂ ਜਾਣਦੇ ਹੋਵੋਗੇ, ਅਚਾਨਕ ਤੁਸੀਂ ਉਸ ਭੈੜੇ ਸਮੇਂ ਵਿੱਚ ਹੋਵੋਗੇ ਜਿਸ ਬਾਰੇ ਤੁਸੀਂ ਕਦੀ ਸੁਣਿਆ ਸੀ। ਤੁਸੀਂ ਭਵਿੱਖਬਾਣੀ ਬਾਰੇ ਕੁਝ ਨਹੀਂ ਜਾਣਦੇ ਅਤੇ ਤੁਸੀਂ ਉਸ ਸਮੇਂ ਵਿੱਚ ਚਲੇ ਗਏ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਵੱਡੇ ਕਸ਼ਟ ਦਾ ਸਮਾਂ ਉਸ ਕਸ਼ਟ ਨਾਲੋਂ ਜ਼ਿਆਦਾ ਨਹੀਂ ਹੈ ਜੋ ਹੁਣ ਸਾਡੇ ਤੇ ਹੈ। ਵੱਡੇ ਕਸ਼ਟ ਦਾ ਸਮਾਂ ਉਸ ਕਿਸੇ ਵੀ ਚੀਜ਼ ਦੇ ਅਤੁੱਲ ਹੈ ਜਿਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਉਸ ਤੋਂ ਵੀ ਜ਼ਿਆਦਾ ਕਸ਼ਟ ਜੋ ਅਸੀਂ ਆਪਣੇ ਸਭ ਤੋਂ ਭਿਆਨਕ ਸਮਿਆਂ ਵਿੱਚ ਵੇਖੇ ਹਨ। ਇੱਥੇ ਉਹ ਭੋਲੇ ਭਾਲੇ ਵਿਅਕਤੀ ਹੈ ਜਿਹੜਾ ਸ਼ਾਇਦ ਪਰਮੇਸ਼ਰ ਦੇ ਵਚਨ ਬਾਰੇ ਬਹੁਤ ਕੁਝ ਨਹੀਂ ਜਾਣਦਾ, ਆਤਮਿਕ ਗੱਲਾਂ ਬਾਰੇ ਬਹੁਤ ਕੁਝ ਨਹੀਂ ਜਾਣਦਾ ਅਤੇ ਉਸ ਨੂੰ ਇਸ ਸਭ ਵਿੱਚ ਸੁੱਟਿਆ ਗਿਆ ਹੈ ਅਤੇ ਉਹ ਇਹ ਸਭ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਵਿੱਤਰ ਵਚਨ ਕਹਿੰਦਾ ਹੈ ਕਿ ਉਹ ਹਰ ਥਾਂ ਇੱਧਰ ਉੱਧਰ ਭੱਜੇ ਫਿਰਨਗੇ। ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਇਹ ਕੀ ਹੋ ਰਿਹਾ ਹੈ? ਕੋਈ ਕਹੇਗਾ ਲੈ ਅਤੇ ਲੈ ਇਹ ਕਿਤਾਬ। ਇਹ ਇੱਕ ਪੁਰਾਣੇ ਸੰਤ ਦਾਨੀਏਲ ਨਾਂ ਦੇ ਬੰਦੇ ਦੁਆਰਾ ਲਿਖੀ ਹੋਈ ਹੈ। ਸ਼ਾਇਦ ਇਹ ਤੇਰੀ ਮਦਦ ਕਰੇ। ਉਦੋਂ ਕੀ ਤੁਸੀਂ ਦਾਨੀਏਲ ਦੀ ਕਿਤਾਬ ਦੇ ਅਧਿਐਨ ਦੇ ਪਰੂਤੂ ਸਹਿਣ ਦੀ ਕਲਪਨਾ ਕਰ ਸਕਦੇ ਹੋ? ਮੈਂ ਤੁਹਾਨੂੰ ਦੱਸਦਾ ਹਾਂ, ਵੱਡੇ ਕਸ਼ਟ ਦੇ ਸਮੇਂ ਵਿੱਚ ਹੀ ਦਾਨੀਏਲ ਦੀ ਕਿਤਾਬ ਤੇ ਕੁਝ ਕਲਾਸਾਂ ਲੱਗਣੀਆਂ ਜਿਨ੍ਹਾਂ ਬਾਰੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੁਣਿਆ। ਉਹ ਦਾਨੀਏਲ ਦੀ ਕਿਤਾਬ ਨੂੰ ਇਸ ਤਰ੍ਹਾਂ ਸਮਝਣਗੇ ਜਿਵੇਂ ਅਸੀਂ ਵੀ ਇਸ ਨੂੰ ਨਹੀਂ ਸਮਝਿਆ, ਕਿਉਂਕਿ ਜਦੋਂ ਉਹ ਇਸ ਨੂੰ ਪੜ੍ਹਨਗੇ ਇਸ ਨੂੰ ਉਹਨਾਂ ਦੇ ਸਾਹਮਣਿਓਂ ਜਾਇਆ ਜਾਵੇਗਾ। ਮੈਂ ਸੋਚਦਾ ਹਾਂ ਪਰਮੇਸ਼ਰ ਦਾਨੀਏਲ ਨੂੰ ਇਹੋ ਹੀ ਕਹਿ ਰਿਹਾ ਹੈ। ਉਹ ਕਹਿ ਰਿਹਾ ਹੈ ਪੋਥੀ ਨੂੰ ਬੰਦ ਕਰ ਅਤੇ ਇਸ ਤੇ ਮੋਹਰ ਲਾ ਦੇ। ਭਵਿੱਖ ਵਿੱਚ ਇਸ ਪੋਥੀ ਨੂੰ ਸਮਝਿਆ ਜਾਵੇਗਾ। ਇਸ ਗੱਲ ਨੂੰ ਪੱਕਾ ਕਰ ਕਿ ਤੂੰ ਇਸ ਨੂੰ ਸੰਭਾਲ ਕੇ ਰੱਖੇਗਾ, ਕਿਉਂਕਿ ਅੰਤ ਵਿੱਚ ਇੱਕ ਦਿਨ ਹੋਵੇਗਾ ਜਦੋਂ ਉਹ ਜੋ ਰਿਹਾ ਹੈ ਉਸ ਨੂੰ ਸਮਝਣ ਲਈ ਇੱਧਰ ਉੱਧਰ ਭੱਜੇ ਫਿਰਨਗੇ। ਨੰਬਰ 2, ਭਵਿੱਖਬਾਣੀ ਦਾ ਸਿਲਸਿਲਾ। ਇਹ ਭਵਿੱਖਬਾਣੀ ਦੀ ਮੋਹਰ ਸੀ। ਆਓ ਹੁਣ ਦੂਜੀ ਗੱਲ ਭਵਿੱਖਬਾਣੀ ਦੇ ਸਿਲਸਿਲੇ ਵੱਲ ਚੱਲੀਏ। ਐਤ 5 ਤੇ 7। ਤਾਂ ਮੈਂ ਦਾਨੀਏਲ ਨੂੰ ਡਿੱਠਾ ਅਤੇ ਕੀ ਵੇਖਦਾ ਹਾਂ, ਜੋ 2 ਹੋਰ ਖਲੋਤੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ।
ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਲੀੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਪੁੱਛਿਆ, ਭਾਈ ਇਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਤੋੜੀ ਪੁੱਜਣਗੀਆਂ। ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਸੁਥਰੇ ਲੀੜੇ ਪਹਿਨੇ ਅਤੇ ਜਿਹੜਾ ਦਰਿਆ ਦੇ ਪਾਣੀਆਂ ਉੱਤੇ ਸੀ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਆਕਾਸ਼ ਵੱਲ ਉੱਚਾ ਕਰਕੇ ਜੋ ਸਦਾ ਜਿਉਂਦਾ ਹੈ ਉਸ ਦੀ ਸਹੁੰ ਚੁੱਕੀ ਅਤੇ ਆਖਿਆ, ਜੋ ਇੱਕ ਸਮਾਂ ਅਤੇ ਸਮੇਂ ਔਰ ਅੱਧੇ ਸਮੇਂ ਤੀਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੁੱਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ। ਯਾਦ ਕਰੋ, ਜਦੋਂ ਅਸੀਂ ਪਵਿੱਤਰ ਵਚਨ ਦਾ ਇਹ ਭਾਗ ਸ਼ੁਰੂ ਕਰਦੇ ਹਾਂ, ਅਧਿਆਇ 10 ਦੇ ਸ਼ੁਰੂਆਤੀ ਹਿੱਸੇ ਵਿੱਚ ਦਾਨੀਏਲ ਦਰਿਆ ਦਜਲੇ ਦੇ ਕੰਢੇ ਤੇ ਸੀ ਕਿ ਤੁਹਾਨੂੰ ਯਾਦ ਹੈ ਉਹ ਇਹ ਦਰਸ਼ਨ ਵੇਖ ਰਿਹਾ ਹੈ। ਉਹ ਦਰਿਆ ਦਜਲੇ ਦੇ ਖਲੋਤਾ ਹੈ। ਇਹ ਹੁਣ ਵਾਪਸ ਸਾਨੂੰ ਉਸ ਦਰਸ਼ਨ ਵਿੱਚ ਲੈ ਜਾਂਦਾ ਹੈ। ਦਾਨੀਏਲ ਕਹਿੰਦਾ ਹੈ ਉਹ ਉੱਥੇ ਖੜਾ ਹੈ। ਉਹ ਉੱਪਰ ਵੇਖਦਾ ਹੈ ਅਤੇ ਦਰਿਆ ਦੇ ਇੱਕ ਪਾਸੇ ਇੱਕ ਦੂਤ ਹੈ ਅਤੇ ਦਰਿਆ ਦੇ ਦੂਜੇ ਪਾਸੇ ਹੋਰ ਦੂਤ ਹੈ ਅਤੇ ਫਿਰ ਇੱਕ ਮਨੁੱਖ ਜੋ ਸੁਥਰੇ ਲੀੜੇ ਪਹਿਨੇ ਦਰਿਆ ਦੇ ਪਾਣੀਆਂ ਉੱਤੇ ਸੀ ਵੇਖਦਾ ਹੈ। ਇਹ ਤਸਵੀਰ ਨੂੰ ਆਪਣੇ ਮਨ ਵਿੱਚ ਬਿਠਾ ਲਓ। ਇੱਕ ਦੂਤ ਇੱਧਰ ਅਤੇ ਇੱਕ ਦੂਤ ਉੱਧਰ। ਇੱਕ ਮਨੁੱਖ ਜਿਸ ਨੇ ਸੁਥਰੇ ਲੀੜੇ ਪਹਿਨੇ ਹੋਏ ਹਨ, ਜਿਹੜਾ ਮੈਂ ਹੁਣ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਦਾ ਪੁੱਤਰ ਹੈ। ਦਾਨੀਏਲ ਕਹਿੰਦਾ ਹੈ, ਜਦੋਂ ਇਹ ਦੋ ਦੂਤ ਪ੍ਰਗਟ ਹੋਏ, ਮਨੁੱਖ ਜਿਸ ਨੇ ਸੁਥਰੇ ਲੀੜੇ ਪਹਿਨੇ ਸਨ ਅਤੇ ਪਾਣੀਆਂ ਉੱਤੇ ਸੀ, ਦੂਤਾਂ ਨੇ ਉਹ ਸਵਾਲ ਪੁੱਛਣੇ ਸ਼ੁਰੂ ਕੀਤੇ ਜੋ ਸ਼ਾਇਦ ਦਾਨੀਏਲ ਪੁੱਛਣਾ ਚਾਹੁੰਦਾ ਸੀ, ਪਰ ਉਹਨਾਂ ਨੇ ਉਸ ਨੂੰ ਮੁੱਕੇ ਮਾਰੇ। ਇਹ ਕਹਿੰਦਾ ਹੈ, ਤਾਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ, ਜੋ ਦੋ ਹੋਰ ਖਲੋਤੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ, ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਲੀੜੇ ਪਹਿਨੇ ਦਰਿਆ ਦੇ ਪਾਣੀਆਂ ਉੱਤੇ ਸੀ ਪੁੱਛਿਆ, ਭਾਈ ਇਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂ। ਕੀ ਤੁਹਾਨੂੰ ਯਾਦ ਹੈ ਜਦੋਂ ਮੈਂ ਕਿਹਾ ਸੀ ਕਿ ਦੂਤ ਵੀ ਭਵਿੱਖਬਾਣੀ ਦੀਆਂ ਗੱਲਾਂ ਨੂੰ ਸਮਝਣ ਦੀ ਇੱਛਾ ਰੱਖਦੇ ਹਨ? ਇਸ ਦਾ ਸਬੂਤ ਇੱਥੇ ਹੈ। ਉਹ ਸਵਾਲ ਪੁੱਛ ਰਹੇ ਹਨ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ। ਉਹਨਾਂ ਕੋਲ ਭਵਿੱਖਬਾਣੀ ਦਾ ਉਹ ਚਾਰਟ ਨਹੀਂ ਹੈ ਜੋ ਸਾਡੇ ਕੋਲ ਹੈ। ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਸਭ ਕਿਵੇਂ ਢੁਕਵੇਗਾ। ਇਸ ਲਈ ਇੱਕ ਦੂਤ ਦਰਿਆ ਦੇ ਕੰਢੇ ਤੇ ਖੜਾ ਹੈ, ਉੱਪਰ ਪਰਮੇਸ਼ਰ ਵੱਲ ਵੇਖਦਾ ਹੈ। ਉਹ ਪੁਰਾਣੇ ਨੇਮ ਵਿੱਚ ਮਸੀਹ ਦਾ ਪੁਨਰ ਅਵਰਤਨ ਹੈ ਅਤੇ ਉਹ ਕਹਿੰਦਾ ਹੈ, ਇਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂ। ਅਤੇ ਸਾਡੇ ਕੋਲ ਸਵਾਲ ਹੈ, ਕਿਹੜੀਆਂ ਗੱਲਾਂ? ਉਹ ਗੱਲਾਂ ਜਿਹੜੀਆਂ ਵੱਡੇ ਕਸ਼ਟ ਦੇ ਸਮੇਂ ਨਾਲ ਸੰਬੰਧ ਰੱਖਦੀਆਂ ਹਨ। ਇਹ ਕਦੋਂ ਤੱਕ ਹੁੰਦੀਆਂ ਰਹਿਣਗੀਆਂ? ਹੁਣ ਵਾਪਸ ਅਧਿਆਇ 10 ਐਤ 5 ਵਿੱਚ ਜਾਓ। ਅਤੇ ਮੈਂ ਅੱਖੀਆਂ ਉਗਾੜ ਕੇ ਡਿੱਠਾ ਅਤੇ ਕੀ ਵੇਖਦਾ ਹਾਂ, ਜੋ ਇੱਕ ਮਨੁੱਖ ਸੂਤੀ ਲੀੜੇ ਪਾਏ ਹੋਏ, ਜਿਹਦੇ ਲੱਕ ਨਾਲ ਅਫੂਜ ਕੁੰਦਨ ਦੇ ਸੋਨੇ ਦੀ ਪੇਟੀ ਬੰਨੀ ਹੋਈ ਖਲੋਤਾ ਹੈ। ਇਹ ਉਹੀ ਹੈ ਜਿਹੜਾ ਪਾਣੀ ਤੇ ਸੀ। ਜਦੋਂ ਅਸੀਂ 10ਵੇਂ ਅਧਿਆਇ ਦਾ ਅਧਿਐਨ ਕੀਤਾ ਤੇ ਸਾਨੂੰ ਇਸ ਮਨੁੱਖ ਨੂੰ ਪਹਿਚਾਨਣਾ ਮੁਸ਼ਕਲ ਹੋ ਰਹੀ ਸੀ, ਪਰ ਮੈਂ ਸਮਝ ਗਿਆ ਕਿ ਹੁਣ ਅਸੀਂ 12ਵੇਂ ਅਧਿਆਇ ਵਿੱਚ ਹਾਂ ਕਿ ਇਹ ਜ਼ਰੂਰ ਪ੍ਰਭੂ ਹੋਵੇਗਾ, ਕਿਉਂਕਿ ਦੂਤ ਹੋਰ ਕਿਹਦੇ ਕੋਲ ਜਾਣਕਾਰੀ ਲੈਂਦਾ ਹੈ ਜੇ ਉਹ ਮਹਿਮਾ ਦੇ ਪ੍ਰਭੂ ਕੋਲ ਜਾਣਕਾਰੀ ਲੈਂਦੇ। ਸੋ ਇੱਥੇ ਪੁਰਾਣੇ ਨੇਮ ਵਿੱਚ ਪ੍ਰਭੂ ਯਿਸੂ ਦੀ ਭਵਿੱਖ ਬਾਣੀ ਸੰਬੰਧੀ ਸਚਾਈ ਦੇ ਚਸ਼ਮੇ ਵਜੋਂ ਤਸਵੀਰ ਪੇਸ਼ ਕੀਤੀ ਗਈ ਹੈ। ਸੁਥਰੇ ਕੱਪੜੇ ਵਿੱਚ ਇਹ ਮਨੁੱਖ ਕੌਣ ਸੀ? ਇਹ ਜ਼ਰੂਰ ਮਸੀਹ ਹੋਵੇਗਾ। ਉਹ ਕਿਹੜਾ ਸਵਾਲ ਸੀ ਜੋ ਉਸਨੇ ਪੁੱਛਿਆ, ਇਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂ? ਦੂਤਾਂ ਨੇ, ਜੇ ਮੈਂ ਇਹ ਇੱਕ ਪਲ ਲਈ ਕਹਾਂ, ਉਸ ਸਵਾਲ ਦੇ ਜਵਾਬ ਵਿੱਚ ਦਿਲਚਸਪੀ ਵਿਖਾਈ। ਤੁਸੀਂ ਜਾਣਦੇ ਹੋ ਇਹ ਸਾਰਾ ਸਮਾਂ ਉਹ ਕੀ ਕਰ ਰਹੇ ਹਨ? ਉਹ ਦੁਸ਼ਟ ਆਤਮਾ ਨਾਲ ਦੂਤਾਂ ਦਾ ਯੁੱਧ ਲੜ ਰਹੇ ਹਨ। ਅਤੇ ਮੈਂ ਸੋਚਦਾ ਹਾਂ ਉਹ ਦੂਤ ਕਹਿ ਰਹੇ ਹਨ, ਅਸੀਂ ਕਿੰਨਾ ਚਿਰ ਹੋਰ ਲੜਨਾ ਹੈ? ਅਸੀਂ ਇਸ ਤੋਂ ਸੇਵਾ ਮੁਕਤ ਹੋਣਾ ਚਾਹੁੰਦੇ ਹਾਂ। ਅਸੀਂ ਦੁਸ਼ਟ ਆਤਮਾ ਨਾਲ ਲੜ ਕੇ ਥੱਕ ਚੁੱਕੇ ਹਾਂ। ਪ੍ਰਭੂ, ਇਹ ਹੋਰ ਕਿੰਨੀ ਦੇਰ ਤੱਕ ਚੱਲਦਾ ਰਹੇਗਾ? ਇਸ ਲਈ ਉਹ ਇਹ ਸਵਾਲ ਪੁੱਛ ਰਹੇ ਹਨ। ਜੇ ਤੁਸੀਂ ਵਾਪਸ 7 ਅਧਿਆਇ ਐਤ 25 ਵਿੱਚ ਜਾਓ ਤੇ ਤੁਹਾਨੂੰ ਉੱਥੇ, ਅਤੇ ਯਾਦ ਰੱਖੋ ਇਹ ਪਹਿਲੀ ਹੀ ਜਾਣਕਾਰੀ ਦੀ ਰੂਪ ਵਿੱਚ ਦਿੱਤਾ ਜਾ ਚੁੱਕਾ ਹੈ। ਮੈਂ ਤੁਹਾਨੂੰ ਸਿਰਫ ਅਧਿਆਇ 7 ਅਧਿਆਇ 25 ਬਾਰੇ ਯਾਦ ਕਰਾਉਣਾ ਚਾਹੁੰਦਾ ਹਾਂ। ਇਹ ਲਿਖਿਆ ਲੱਭੋਗੇ। ਉਹ ਅਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ
ਅਤੇ ਅਤ ਮਹਾਨ ਦੇ ਸੰਤਾਂ ਨੂੰ ਦੁੱਖ ਦੇਵੇਗਾ ਔਰ ਚਾਹੇਗਾ ਕਿ ਮੁਕਰਰ ਸਮਿਆਂ ਅਤੇ ਭਵਿਸ਼ਠਾਂ ਨੂੰ ਬਦਲ ਦੇਵੇ ਅਤੇ ਉਹ ਇਹਦੇ ਹੱਥ ਵਿੱਚ ਦਿੱਤੇ ਜਾਣਗੇ। ਇੱਥੋਂ ਤੱਕ ਇੱਕ ਸਮਾਂ ਅਤੇ ਸਮੇਂ ਔਰ ਅੱਧੇ ਸਮਾਂ ਲੰਘ ਜਾਵੇਗਾ। ਵਾਪਸ ਅਧਿਆਏ 12 ਵਿੱਚ ਜਾਓ। ਹੁਣ ਮੇਰੇ ਨਾਲ ਬਣੇ ਰਹੋ, ਅਸੀਂ ਗੁਆਚਣਾ ਨਹੀਂ ਚਾਹੁੰਦੇ। ਦੂਤ ਪਰਮੇਸ਼ਰ ਨੂੰ ਪੁੱਛ ਰਿਹਾ ਹੈ, ਇਹ ਵੱਡਾ ਕਸ਼ਟ ਦਾ ਸਮਾਂ ਕਿੰਨੀ ਦੇਰ ਤੱਕ ਚੱਲਦਾ ਰਹੇਗਾ? ਅਤੇ ਪਰਮੇਸ਼ਰ ਉਸ ਸਵਾਲ ਦੇ ਜਵਾਬ ਵਿੱਚ ਕਹਿੰਦਾ ਹੈ, ਇਹ ਇੱਕ ਸਮਾਂ ਅਤੇ ਸਮਾਂ ਔਰ ਅੱਧਾ ਸਮਾਂ ਚੱਲੇਗਾ। ਹੁਣ ਮੇਰੇ ਨਾਲ ਇੱਕ ਪਲ ਲਈ ਇਸ ਦੀ ਸਮੀਖਿਆ ਕਰੋ। ਵੱਡੇ ਕਸ਼ਟ ਦਾ ਸਮਾਂ 7 ਸਾਲ ਦਾ ਅੱਧ ਵਿੱਚ ਸ਼ੁਰੂ ਹੁੰਦਾ ਹੈ। ਪਿਛਲੇ 3.5 ਸਾਲ ਦੀ ਸ਼ੁਰੂਆਤ ਵਿੱਚ ਵੱਡਾ ਕਸ਼ਟ ਸ਼ੁਰੂ ਹੋਵੇਗਾ, ਕਿਉਂਕਿ ਝੂਠੇ ਮਸੀਹ ਦੁਆਰਾ ਯਹੂਦੀ ਲੋਕਾਂ ਨਾਲ ਨੇਮ ਤੋੜ ਦਿੱਤਾ ਜਾਵੇਗਾ। ਸੋ ਪਰਮੇਸ਼ਰ ਇਸ ਸਵਾਲ ਦਾ ਜਵਾਬ ਦੇ ਰਿਹਾ ਹੈ, ਵੱਡਾ ਕਸ਼ਟ ਕਿੰਨੇ ਚਿਰ ਵਿੱਚ ਖਤਮ ਹੋਵੇਗਾ? ਅਤੇ ਇਹ ਹੈ ਉਸ ਦਾ ਜਵਾਬ, ਇਹ ਇੱਕ ਸਮੇਂ ਲਈ ਹੋਵੇਗਾ। 1 ਸਾਲ ਹੈ ਅਤੇ ਸਮਾਂ ਇੱਕ ਬਹੁਵਚਨ ਹੈ, ਇਹ 2 ਸਾਲ ਹਨ। 1 ਅਤੇ 2 3 ਹੋ ਗਏ ਔਰ ਅੱਧਾ ਸਮਾਂ ਇਹ ਕਿੰਨਾ ਚਿਰ ਹੋ ਗਿਆ? 3.5 ਸਾਲ। ਪਰਮੇਸ਼ਰ ਨੇ ਦੂਤ ਨੂੰ ਕਹਿੰਦਾ ਹੈ, ਵੱਡਾ ਕਸ਼ਟ 3.5 ਸਾਲ ਤੱਕ ਚੱਲੇਗਾ। ਬਿਲਕੁਲ ਇਹੋ ਹੀ ਗੱਲ ਉਸਨੇ 7 ਅਧਿਆਏ ਵਿੱਚ ਕਹੀ ਸੀ, ਕਿਉਂਕਿ ਉਹ ਅਟਲ ਹੈ। ਧਿਆਨ ਦਿਓ, ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੁੱਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ, ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ। ਇਸ ਦਾ ਕੀ ਮਤਲਬ ਹੈ? ਪਰਮੇਸ਼ਰ ਨੇ ਦੂਤ ਨੂੰ ਕਿਹਾ, ਵੱਡਾ ਕਸ਼ਟ 3.5 ਸਾਲ ਤੱਕ ਚੱਲੇਗਾ ਅਤੇ ਉਸ ਸਮੇਂ ਦੇ ਦੌਰਾਨ ਯਹੂਦੀ ਲੋਕ, ਉਹਨਾਂ ਦੀ ਸ਼ਕਤੀ ਚਕਨਾਚੂਰ ਹੋ ਜਾਵੇਗੀ। ਉਹ ਲੋਕ ਨਸ਼ਟ ਹੋਣਗੇ। ਯਹੂਦੀਆਂ ਵਿੱਚੋਂ 2/3 ਮਿਟਾ ਦਿੱਤੇ ਜਾਣਗੇ। ਆਕੀ ਅਤੇ ਅਣਆਗਿਆਕਾਰੀ ਯਹੂਦੀ, ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਇਨਕਾਰ ਕੀਤਾ, ਨਾਸ਼ ਕੀਤੇ ਜਾਣਗੇ ਅਤੇ ਜਦੋਂ ਵੱਡੇ ਕਸ਼ਟ ਦੇ ਸਮੇਂ ਦਾ ਅੰਤ ਹੋ ਜਾਵੇਗਾ, ਸਿਰਫ 1/3 ਯਹੂਦੀ ਜਿੰਦਾ ਰਹਿ ਜਾਣਗੇ। ਇਸ ਲਈ ਪਵਿੱਤਰ ਵਚਨ ਕਹਿੰਦਾ ਹੈ, ਸੋ ਸਾਰਾ ਇਸਰਾਇਲ ਬਚਾਇਆ ਜਾਵੇਗਾ। ਜਿਹੜੇ ਬਚ ਗਏ ਹਨ, ਉਹ ਲੋਕ ਹਨ ਜਿਨ੍ਹਾਂ ਨੇ ਮਸੀਹ ਨੂੰ ਗਲੇ ਲਗਾਇਆ ਹੈ। ਪਰਮੇਸ਼ਰ ਨੇ ਦੂਤ ਨੂੰ ਕਿਹਾ ਕਿ ਤੂੰ ਜਾਣਨਾ ਚਾਹੁੰਦਾ ਹੈ ਇਹ ਗੱਲਾਂ ਕਦੋਂ ਪੂਰੀਆਂ ਹੋਣਗੀਆਂ? ਠੀਕ ਹੈ, ਮੈਂ ਤੈਨੂੰ ਦੱਸਦਾ ਹਾਂ। ਇਹ 3.5 ਸਾਲਾਂ ਤੱਕ ਚੱਲੇਗਾ ਅਤੇ ਇਹ ਤਦ ਤੱਕ ਚੱਲਦਾ ਰਹੇਗਾ ਜਦੋਂ ਤੱਕ ਪਵਿੱਤਰ ਲੋਕ ਬਰਬਾਦ ਨਹੀਂ ਕੀਤੇ ਜਾਂਦੇ ਅਤੇ ਪਵਿੱਤਰ ਧਰਤੀ ਨਸ਼ਟ ਨਹੀਂ ਕੀਤੀ ਜਾਂਦੀ। ਨੰਬਰ 3, ਭਵਿੱਖਬਾਣੀ ਦੀ ਦੁਬਿਧਾ। ਇਹ ਸਾਨੂੰ ਐਤ 8 ਵਿੱਚ ਲਿਆਉਂਦਾ ਹੈ ਅਤੇ ਤੀਜੀ ਗੱਲ ਭਵਿੱਖਬਾਣੀ ਦੀ ਦੁਬਿਧਾ ਵਿੱਚ ਲੈ ਕੇ ਆਉਂਦਾ ਹੈ। ਮੂਲ ਵਚਨ ਤੇ ਧਿਆਨ ਦਿਓ। ਅਤੇ ਮੈਂ ਸੁਣਿਆ ਤਾਂ ਸਹੀ, ਪਰ ਸਮਝਿਆ ਨਾ। ਦਾਨੀਅਲ, ਅਸੀਂ ਸਮਝਦੇ ਹਾਂ ਤੂੰ ਕਾਹਦੇ ਬਾਰੇ ਗੱਲ ਕਰ ਰਿਹਾ ਹਾਂ। ਕੁਝ ਗੱਲਾਂ ਹਨ ਜੋ ਅਸੀਂ ਇਸ ਲੜੀ ਦੌਰਾਨ ਨਹੀਂ ਸੁਣੀਆਂ, ਜੋ ਅਸੀਂ ਸਮਝਦੇ ਵੀ ਨਹੀਂ ਹਾਂ। ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਹਨਾਂ ਗੱਲਾਂ ਦਾ ਉੜਕ ਕੀ ਹੋਵੇਗਾ? ਉਸਨੇ ਆਖਿਆ, ਹੇ ਦਾਨੀਅਲ, ਤੂੰ ਆਪਣੇ ਰਾਹ ਤੁਰਿਆ ਜਾ, ਕਿਉਂ ਜੋ ਇਹ ਗੱਲਾਂ ਉੜਕ ਦੇ ਵੇਲੇ ਤੱਕ ਮੁੰਦੀਆਂ ਹੋਈਆਂ ਅਤੇ ਮੋਹਰ ਲੱਗੀਆਂ ਹੋਈਆਂ ਹਨ। ਇਸ ਨਾਲ ਮੇਰੇ ਦਿਮਾਗ ਨੂੰ ਝਟਕਾ ਲੱਗਾ ਹੈ। ਇੱਥੇ ਦਾਨੀਅਲ ਉਹ ਸਾਰੀਆਂ ਗੱਲਾਂ ਲਿਖ ਰਿਹਾ ਹੈ ਜੋ ਪਰਮੇਸ਼ਰ ਉਸ ਨੂੰ ਲਿਖਵਾ ਰਿਹਾ ਸੀ ਅਤੇ ਉਹ ਆ ਕੇ ਕਹਿੰਦਾ ਹੈ, ਪ੍ਰਭੂ, ਮੈਨੂੰ ਇਹ ਆਖਰੀ ਗੱਲ ਜੋ ਤੂੰ ਮੈਨੂੰ ਦਿੱਤੀ ਹੈ ਥੋੜੀ ਜਿਹੀ ਸਮਝ ਨਹੀਂ ਆਈ ਅਤੇ ਪ੍ਰਭੂ, ਜੇ ਤੂੰ ਮੈਨੂੰ ਇਹ ਥੋੜੀ ਜਿਹੀ ਸਮਝਣ ਵਿੱਚ ਮਦਦ ਕਰੇ। ਅਤੇ ਪ੍ਰਭੂ ਨੇ ਕਿਹਾ, ਦਾਨੀਅਲ ਜਾ, ਭੱਜ ਜਾ, ਫਿਰ ਮਿਲਾਂਗੇ। ਅਲਵਿਦਾ ਦਾਨੀਅਲ, ਜਾ, ਚਲਾ ਜਾ। ਜਿਵੇਂ ਅਸੀਂ ਕਰਦੇ ਸੀ ਜਦੋਂ ਸਾਡੇ ਬੱਚੇ ਸਾਡੇ ਕੋਲੋਂ ਮੁਸ਼ਕਿਲ ਸਵਾਲ ਪੁੱਛਦੇ ਸਨ, ਜਾਓ, ਚਲੇ ਜਾਓ, ਜਾ ਕੇ ਆਪਣੀ ਮਾਂ ਨੂੰ ਪੁੱਛੋ। ਇਸ ਤਰ੍ਹਾਂ ਦਾ ਅਹਿਸਾਸ ਮੈਨੂੰ ਇਸ ਮੂਲ ਪਾਠ ਤੋਂ ਹੋ ਰਿਹਾ ਹੈ। ਦਾਨੀਅਲ ਕਹਿੰਦਾ ਹੈ, ਪ੍ਰਭੂ, ਮੈਨੂੰ ਇਹ ਸਮਝ ਨਹੀਂ ਆ ਰਿਹਾ, ਇਹ ਕਦੋਂ ਹੋਵੇਗਾ? ਪ੍ਰਭੂ ਕਹਿੰਦਾ ਹੈ, ਤੂੰ ਆਪਣੇ ਰਾਹ ਤੁਰਿਆ ਜਾ, ਇਸ ਨੂੰ ਛੱਡ ਦੇ। ਹੁਣ ਮੇਰੇ ਨਾਲ ਬਣੇ ਰਹੋ। ਪਰਮੇਸ਼ਰ ਜੋ ਦਾਨੀਅਲ ਨੂੰ ਕਹਿ ਰਿਹਾ ਹੈ ਉਹ ਇਹ ਹੈ, ਦਾਨੀਅਲ, ਮੈਂ ਤੈਨੂੰ ਸਭ ਦੱਸ ਚੁੱਕਾ ਹਾਂ, ਮੈਂ ਤੈਨੂੰ ਦੱਸਣ ਲੱਗਾ ਹਾਂ, ਹੋਰ ਕੋਈ ਜਾਣਕਾਰੀ ਨਹੀਂ ਹੈ। ਤੂੰ ਓਨਾ ਹੀ ਜਾਣਦਾ ਹੈ ਜਿੰਨਾ ਤੂੰ ਜਾਣਨ ਵਾਲਾ ਹੈ। ਉਹ ਜਾਣਨ ਲਈ ਮੋਹਿਤ ਨਾ ਹੋ ਜੋ ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ। ਦਾਨੀਅਲ, ਉਹ ਭਵਿੱਖਬਾਣੀ ਦੇ ਖੇਤਰ ਵਿੱਚ ਫਜ਼ੂਲ ਸੋਚ ਵਿੱਚ ਡੁੱਬਣ ਦਾ ਸਮੇਂ ਨਹੀਂ ਹੈ। ਉਹ ਵਚਨ ਦੀ ਅੱਜ ਕਿੰਨੀ ਲੋੜ ਹੈ। ਬਹੁਤ ਸਾਰੇ ਲੋਕ ਹਨ ਜੋ ਭਵਿੱਖਬਾਣੀ ਦੀ ਦੁਨੀਆ ਵਿੱਚ ਉਹ ਗੱਲਾਂ ਕਿ
ਮੋਟਾ ਪੈਸਾ ਕਮਾ ਰਹੇ ਹਨ, ਜਿਹੜੀਆਂ ਪਰਮੇਸ਼ਰ ਨੇ ਕਦੇ ਨਹੀਂ ਕਹੀਆਂ। ਸਾਡੇ ਸ਼ਹਿਰ ਫੋਰਟ ਵੈਨ ਵਿੱਚ ਇੱਕ ਸੁਸਮਾਚਾਰ ਪ੍ਰਚਾਰਕ ਹੈ। ਜੇ ਮੈਂ ਉਸ ਦਾ ਨਾਮ ਦੱਸਾਂ ਤੇ ਤੁਸੀਂ ਉਸ ਨੂੰ ਝੱਟ ਪਹਿਚਾਣ ਲਵੋਗੇ। ਉਸ ਨੇ ਸਾਡੇ ਸ਼ਹਿਰ ਵਿੱਚ ਲਗਾਤਾਰ ਕੁਝ ਸੇਵਾਵਾਂ ਕੀਤੀਆਂ। ਇਸ ਲਈ ਕੈਂਪ ਡੇਵਿਡ ਅਕੋਰਡ ਦੇ ਸਮੇਂ ਦੌਰਾਨ ਪੂਰੇ ਸ਼ਹਿਰ ਵਿੱਚ ਜਦੋਂ ਰਾਸ਼ਟਰਪਤੀ ਕਾਰਟਰ ਮੱਧ ਪੂਰਬ ਵਿੱਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰਦਿਆਂ ਉਹਨਾਂ ਸਭ ਲੋਕਾਂ ਨਾਲ ਮੁਲਾਕਾਤ ਕਰ ਰਿਹਾ ਸੀ, ਉਸਨੇ ਇੱਕ ਰਾਤ ਅਖਬਾਰ ਵਿੱਚ ਇਹ ਐਲਾਨ ਕੀਤਾ ਕਿ ਫਲਾਨੀ ਗੱਲ ਹੋਵੇਗੀ ਤਾਂ ਕਲੀਸਿਆ ਅੱਜ ਹੀ ਹਵਾ ਵਿੱਚ ਉਠਾ ਲਈ ਜਾਵੇਗੀ। ਦੋਸਤੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਕੋਲ ਲੋਕਾਂ ਦੀ ਇੱਕ ਭੀੜ ਸੀ। ਮੈਂ ਸਭਾ ਦੇ ਅੰਤ ਵਿੱਚ ਗਿਆ। ਉਸ ਨੇ ਸਿੱਧਾ ਹੀ ਕਿਹਾ, ਜੇ ਫਲਾਨੀ ਗੱਲ ਹੋਵੇਗੀ ਤਾਂ ਕਲੀਸਿਆ ਦਾ ਹਵਾ ਵਿੱਚ ਉਠਾਇਆ ਜਾਣਾ ਛੇਤੀ ਹੋਵੇਗਾ। ਖੈਰ, ਉਸਨੇ ਜਿੰਨੀਆਂ ਗੱਲਾਂ ਕਹੀਆਂ ਹੋਈਆਂ, ਅਸੀਂ ਸਾਰੇ ਹਾਲੇ ਇੱਥੇ ਹੀ ਹਾਂ। ਅਤੇ ਕੀ ਤੁਸੀਂ ਜਾਣਦੇ ਹੋ, ਜਦੋਂ ਵੀ ਮੈਂ ਉਹ ਵੇਖਦਾ ਹਾਂ ਤਾਂ ਕੀ ਸੋਚਦਾ ਹਾਂ? ਮੈਂ ਸੋਚਦਾ ਹਾਂ, ਉਸ ਬੰਦੇ ਨੇ ਮੇਰੇ ਵਿਸ਼ਵਾਸ ਨੂੰ ਗਵਾ ਦਿੱਤਾ ਹੈ। ਇਸ ਕਿਤਾਬ ਵਿੱਚ ਬਹੁਤ ਕੁਝ ਹੈ ਜਿਸ ਦਾ ਅਸੀਂ ਪੂਰਾ ਅਧਿਕਾਰ ਨਾਲ ਪ੍ਰਚਾਰ ਕਰ ਸਕਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਇਹ ਯਹੋਵਾ ਦਾ ਵਾਕ ਹੈ। ਸਾਨੂੰ ਉਹਨਾਂ ਗੱਲਾਂ ਨੂੰ ਖਾਂਗਣ ਦੀ ਲੋੜ ਨਹੀਂ ਹੈ ਜੋ ਪਰਮੇਸ਼ਰ ਨੇ ਨਹੀਂ ਪ੍ਰਗਟ ਕੀਤੀਆਂ। ਜੇ ਪਰਮੇਸ਼ਰ ਦਾਨੀਏਲ ਨੂੰ ਕਹਿੰਦਾ ਹੈ, ਦਾਨੀਏਲ, ਤੈਨੂੰ ਉਹ ਸਭ ਲਿਖ ਦਿੱਤਾ ਗਿਆ ਹੈ ਜੋ ਤੂੰ ਲਿਖਣਾ ਸੀ, ਮੈਂ ਤੈਨੂੰ ਹੋਰ ਨਹੀਂ ਲਿਖਾਵਾਂਗਾ, ਤਾਂ ਦਾਨੀਏਲ ਨੂੰ ਉਸ ਦੇ ਸਾਰੇ ਸਵਾਲਾਂ ਦਾ ਜਵਾਬ ਨਾ ਮਿਲਦਾ। ਉਹ ਹਾਲੇ ਵੀ ਕੁਝ ਉਹ ਜਾਣਨਾ ਚਾਹੁੰਦਾ ਹੈ ਜੋ ਪਰਮੇਸ਼ਰ ਨੇ ਉਸ ਤੇ ਪ੍ਰਗਟ ਨਹੀਂ ਸੀ ਕੀਤਾ। ਜੇ ਦਾਨੀਏਲ ਨੂੰ ਪਰਮੇਸ਼ਰ ਦੇ ਆਮਣੇ ਸਾਹਮਣੇ ਉਹ ਨਹੀਂ ਮਿਲਿਆ ਜੋ ਉਹ ਪਾਉਣਾ ਚਾਹੁੰਦਾ ਸੀ, ਤਾਂ ਸਾਨੂੰ ਇੰਨਾ ਉਤਸੁਕ ਹੋਣ ਦੀ ਕੀ ਲੋੜ ਹੈ? ਤੁਹਾਡੇ ਵਿੱਚੋਂ ਕੁਝ ਲੋਕ ਮਿਲਾਰਾ ਇੱਟਾਂ ਦਾ ਇਤਿਹਾਸ ਜਾਣਦੇ ਹੋਣਗੇ। ਕੀ ਤੁਸੀਂ ਕਦੀ ਮਿਲਾਰਾ ਇੱਟਾਂ ਬਾਰੇ ਸੁਣਿਆ ਹੈ? ਇਹ ਉਹ ਹਨ ਜਿਨ੍ਹਾਂ ਨੇ ਪਿਛਲੀ ਪੀੜ੍ਹੀ ਵਿੱਚ ਪ੍ਰਭੂ ਦੇ ਵਾਪਸ ਆਉਣ ਦੀ ਤਰੀਕ ਮੁਕਰਰ ਕੀਤੀ। ਉਹਨਾਂ ਬਾਰੇ ਪੜ੍ਹਨਾ ਬਹੁਤ ਹੀ ਦਿਲਚਸਪ ਹੈ। ਉਹ ਤਰੀਕ ਮੁਕਰਰ ਕਰ ਦਿੰਦੇ ਹਨ, ਪ੍ਰਭੂ 24 ਅਕਤੂਬਰ ਨੂੰ ਆ ਰਿਹਾ ਹੈ। ਉਹ ਇਹ ਖਬਰ ਛਪਾ ਦਿੰਦੇ ਹਨ ਅਤੇ ਹਰ ਕੋਈ ਉਤਸ਼ਾਹਿਤ ਹੋ ਜਾਂਦਾ ਹੈ। 24 ਅਕਤੂਬਰ ਆਉਂਦੀ ਹੈ ਅਤੇ ਪ੍ਰਭੂ ਵਾਪਸ ਨਹੀਂ ਆਉਂਦਾ। ਇਸ ਕਿਸਮ ਦੀ ਬੇਇੱਜ਼ਤੀ ਹੈ। ਇਸ ਲਈ ਉਹਨਾਂ ਨੇ ਫਿਰ ਵਾਪਸ ਜਾਣਾ ਪੈਂਦਾ ਹੈ ਅਤੇ ਉਹ ਕਹਿੰਦੇ ਹਨ, ਖੈਰ, ਆਓ ਹੁਣ ਵੇਖਦੇ ਹਾਂ, ਲੱਗਦਾ ਹੈ ਅਸੀਂ ਗਲਤ ਹਿਸਾਬ ਲਾਇਆ ਹੈ। ਅਸੀਂ ਇਹ ਨਹੀਂ ਸੋਚਿਆ, ਅਸੀਂ ਉਹ ਨਹੀਂ ਸੋਚਿਆ। ਸ਼ਾਇਦ ਉਹ ਭਵਿੱਖਬਾਣੀ ਦੇ ਸਾਲਾਂ ਦੀ ਗੱਲ ਕਰ ਰਹੇ ਹਨ, ਮੈਂ ਨਹੀਂ ਜਾਣਦਾ। ਅਤੇ ਇਸ ਲਈ ਉਹ ਇੱਕ ਹੋਰ ਤਰੀਕ ਮੁਕਰਰ ਕਰਦੇ ਹਨ ਅਤੇ ਪ੍ਰਭੂ ਫਿਰ ਵਾਪਸ ਨਹੀਂ ਆਉਂਦਾ ਅਤੇ ਉਹ ਤਰੀਕਾਂ ਤੇ ਤਰੀਕਾਂ ਮੁਕਰਰ ਕਰੀ ਜਾਂਦੇ ਹਨ। ਇਹ ਮੌਕਾ ਤੇ ਉਹਨਾਂ ਨੇ 24 ਅਕਤੂਬਰ ਦੀ ਤਰੀਕ ਮੁਕਰਰ ਕੀਤੀ ਅਤੇ ਉਹਨਾਂ ਦਾ ਇੱਕ ਸਮੂਹ ਫਿਲੇਡੈਲਫੀਆ ਸ਼ਹਿਰ ਵਿੱਚ ਸੀ ਅਤੇ 24 ਅਕਤੂਬਰ ਦੀ ਰਾਤ ਤੋਂ ਪਹਿਲਾਂ 200 ਜਣੇ ਇਕੱਠੇ ਹੋਏ। ਚਿੱਟੇ ਕੱਪੜੇ ਪਹਿਨ ਕੇ ਉਹ ਸ਼ਹਿਰ ਛੱਡ ਕੇ ਪ੍ਰਭੂ ਦੀ ਉਡੀਕ ਕਰਨ ਲਈ ਇੱਕ ਪਹਾੜੀ ਤੇ ਗਏ। ਉਹਨਾਂ ਵਿੱਚੋਂ ਕਈ ਜਨਾਂ ਦੀਆਂ ਦੁਕਾਨਾਂ ਸਨ। ਉਹਨਾਂ ਦੇ ਇਹ ਸ਼ਬਦ ਸਨ, ਪ੍ਰਭੂ ਯਿਸੂ ਮਸੀਹ ਵਾਪਸ ਆ ਰਿਹਾ ਹੈ, ਬੰਦ ਕਰ ਦਿਓ। ਕੀ ਤੁਸੀਂ ਨਾਸਤਿਕ ਹੁੰਦੇ ਹੋਏ ਸ਼ਹਿਰ ਦੇ ਇਸ ਸਮੂਹ ਵਰਗ ਵਿੱਚ ਕੰਮ ਕਰਨ, ਉਹਨਾਂ ਲਾਗੋਂ ਲੰਘਦੇ ਮਾਲਿਕ ਦੀ ਬਾਰੀ ਵਿੱਚੋਂ ਇਹੋ ਜਿਹਾ ਨਿਸ਼ਾਨ ਵੇਖਣ ਦੀ ਕਲਪਨਾ ਕਰ ਸਕਦੇ ਹੋ? ਅਤੇ ਫਿਰ ਉਹ ਬੰਦਾ ਹਫ਼ਤੇ ਬਾਅਦ ਆਉਂਦਾ ਹੈ ਅਤੇ ਦੁਬਾਰਾ ਦੁਕਾਨ ਖੋਲ੍ਹਦਾ ਹੈ। ਇਹ ਹੁੰਦਾ ਹੈ। ਉਹ ਤਰੀਕਾਂ ਮੁਕਰਰ ਕਰਦੇ ਹਨ ਅਤੇ ਤਰੀਕਾਂ ਮੁਕਰਰ ਕਰਦੇ ਰਹਿੰਦੇ ਹਨ ਅਤੇ ਆਖਰ ਇੱਕ ਤਰੀਕ ਮੁਕਰਰ ਕਰ ਦਿੰਦੇ ਹਨ। ਮਿਲਰ ਖੁਦ ਪ੍ਰਭੂ ਨੂੰ ਮਿਲਿਆ ਹੈ। ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਉਹ ਇੱਕ ਮਸੀਹੀ ਜਾਂ ਵਿਸ਼ਵਾਸੀ ਸੀ। ਉਹ ਮਰ ਗਿਆ, ਉਹ ਸਵਰਗ ਵਿੱਚ ਗਿਆ। ਕੀ ਤੁਸੀਂ ਜਾਣਦੇ ਹੋ ਉਹਨਾਂ ਉਸ ਦੀ ਕਬਰ ਦੇ ਪੱਥਰ ਤੇ ਕੀ ਲਿਖਿਆ? ਮੈਂ ਇਸ ਹਫ਼ਤੇ ਤੱਕ ਨਹੀਂ ਸੀ ਜਾਣਦਾ। ਉਹਨਾਂ ਨੇ ਉਸ ਦੀ ਕਬਰ ਤੇ ਲਿਖਿਆ, ਮੁਕਰਰ ਕੀਤੇ ਹੋਏ ਸਮੇਂ ਤੱਕ। ਉਸ ਦੀ ਸਾਰੀ ਜ਼ਿੰਦਗੀ ਲੱਗ ਗਈ ਜਦੋਂ ਤੱਕ ਆਖਿਰ ਉਸ ਨੇ ਇੱਕ ਸੱਚ ਬੋਲਿਆ ਜੋ ਉਸ ਦੀ ਕਬਰ ਦੇ ਪੱਥਰ ਤੇ ਲਿਖਿਆ ਹੋਇਆ ਸੀ, ਮੁਕਰਰ ਕੀਤੇ ਹੋਏ ਸਮੇਂ ਤੱਕ, ਜਿਸ ਦਾ ਮਤਲਬ ਹੈ ਸਿਰਫ ਪਰਮੇਸ਼ੁਰ ਜਾਣਦਾ ਹੈ। ਅਸੀਂ ਇਹ ਗੱਲ ਜਾਣਦੇ ਹਾਂ। ਮਿਲਰ ਨੂੰ ਇਹ ਗੱਲ ਸਮਝਣ ਲਈ ਸਾਰੀ ਜ਼ਿੰਦਗੀ ਲੱਗ ਗਈ। ਉਸ ਨੇ ਤਰੀਕ ਮੁਕਰਰ ਕਰਨ ਦੇ ਆਪਣੇ ਸ਼ੁਦਾਈ ਪੁਣੇ ਨਾਲ ਕਿੰਨੇ ਲੋਕਾਂ ਨੂੰ ਭਟਕਾਇਆ। ਉਹ ਪਰਮੇਸ਼ਰ ਸਾਨੂੰ ਕਿਤਾਬ ਵਿੱਚ ਠਹਿਰੇ ਰਹਿਣ, ਪ੍ਰਕਾਸ਼ ਦੀ ਪੋਥੀ ਵਿੱਚ ਹੋਣ ਬਾਰੇ ਭਵਿੱਖਬਾਣੀ ਦੇ ਅਨੁਮਾਨ ਵਿੱਚ
ਨਾ ਡੁੱਬੇ ਰਹਿਣ ਅੱਜ ਦੀ ਰਾਤ ਛੱਡ ਕੇ ਕਿਵੇਂ ਸਿਖਾਏਗਾ? ਭਵਿੱਖਬਾਣੀ ਦੀ ਦੁਬੋਧਾ ਉਸ ਨੇ ਕਿਹਾ, ਦਾਨੀਏਲ, ਅਤੇ ਮੈਂ ਖੁਸ਼ ਹਾਂ ਕਿ ਇਹ ਕਿਤਾਬ ਦੇ ਅੰਤ ਵਿੱਚ ਆਇਆ ਹੈ। ਉਸ ਨੇ ਕਿਹਾ, ਤੂੰ ਆਪਣੇ ਰਾਹ ਪਰ ਤੁਰਿਆ ਜਾ, ਕਿਉਂ ਜੋ ਇਹ ਗੱਲਾਂ ਉੜਕ ਦੇ ਵੇਲੇ ਤਿਕਰ ਮੁੰਦੀਆਂ ਹੋਈਆਂ ਅਤੇ ਮੋਹਰ ਲੱਗੀਆਂ ਹੋਈਆਂ ਹਨ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ ਅਤੇ ਅੰਤ ਤੱਕ ਇਸ ਵਿੱਚ ਬਣੇ ਰਹੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 12ਵੇਂ ਅਧਿਆਇ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਅੱਜ ਦਾਨੀਏਲ ਨਬੀ ਦੀ ਭਵਿੱਖਬਾਣੀ ਦੀ ਮੋਹਰ ਬਾਰੇ ਜਾਣ ਰਹੇ ਸੀ। ਅਸੀਂ ਜਾਣਿਆ ਕਿ ਲੋਕ ਇਹਨਾਂ ਆਖਰੀ ਦਿਨਾਂ ਦੀ ਗੱਲਾਂ ਨੂੰ ਜਾਣਨ ਦੇ ਲਈ ਇੱਧਰ ਉੱਧਰ ਜਾ ਕੇ ਖੋਜ ਕਰਨਗੇ ਅਤੇ ਅਖੀਰ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਹੀ ਉਹਨਾਂ ਨੂੰ ਭਵਿੱਖਬਾਣੀਆਂ ਦੀਆਂ ਇਹਨਾਂ ਆਖਰੀ ਦਿਨਾਂ ਦੀ ਗੱਲਾਂ ਦੇ ਬਾਰੇ ਜਾਣਕਾਰੀ ਦੇਵੇਗੀ ਅਤੇ ਉਹਨਾਂ ਦੇ ਗਿਆਨ ਦੇ ਵਿੱਚ ਵਧੇਰੇ ਵਾਧਾ ਹੋਵੇਗਾ। ਇਸ ਤੋਂ ਬਾਅਦ ਅਸੀਂ ਭਵਿੱਖਬਾਣੀ ਦਾ ਸਿਲਸਿਲਾ ਉਸ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਇਸ ਵੱਡੇ ਕਸ਼ਟ ਦੇ ਬਾਰੇ ਦੂਤਾਂ ਨੂੰ ਵੀ ਪੂਰਾ ਗਿਆਨ ਨਹੀਂ ਸੀ। ਪਰਮੇਸ਼ਰ ਉਹਨਾਂ ਦੇ ਉੱਤਰ ਨੂੰ ਦਿੰਦੇ ਹੋਏ ਉਸ ਸਮੇਂ ਦੇ ਬਾਰੇ ਦੱਸਦੇ ਹਨ ਕਿ ਇਹ ਵੱਡੇ ਕਸ਼ਟ ਦਾ ਸਮਾਂ ਕਿੰਨੇ ਸਮੇਂ ਤੱਕ ਚੱਲੇਗਾ। ਇਸ ਤੋਂ ਬਾਅਦ ਅਸੀਂ ਦਾਨੀਏਲ ਨਬੀ ਦੇ 12 ਅਧਿਆਇ ਦੀ 8 ਆਇਤ ਦੇ ਵਚਨਾਂ ਤੋਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੀ ਦੁਵਿਧਾ ਦੇ ਬਾਰੇ ਸੁਣਿਆ। ਇਸ ਦੇ ਵਿੱਚ ਅਸੀਂ ਜਾਣਿਆ ਕਿ ਦਾਨੀਏਲ ਨੂੰ ਪਰਮੇਸ਼ਰ ਕਹਿੰਦਾ ਹੈ ਕਿ ਜੋ ਕੁਝ ਤੂੰ ਜਾਣਨਾ ਚਾਹੀਦਾ ਹੈ ਉਹ ਸਭ ਕੁਝ ਮੈਂ ਤੈਨੂੰ ਦੱਸ ਦਿੱਤਾ ਹੈ। ਬਾਕੀ ਦੀਆਂ ਗੱਲਾਂ ਨੂੰ ਆਪਣੇ ਸਮੇਂ ਤੇ ਪੂਰਾ ਹੋਣ ਦੇ ਲਈ ਮੋਹਰ ਬੰਦ ਕਰ ਦੇ। ਅਸੀਂ ਸਿੱਖਿਆ ਕਿ ਸਾਨੂੰ ਉਹਨਾਂ ਗੱਲਾਂ ਨੂੰ ਜਾਣਨ ਦੇ ਲਈ ਉਤਸੁਕ ਹੋਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਅਜੇ ਸਾਡੇ ਉੱਤੇ ਪ੍ਰਗਟ ਨਹੀਂ ਕੀਤਾ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਵੇਲਾ ਆ ਗਿਆ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਵਚਨ ਦੇ ਦੁਆਰਾ ਸਿੱਖਿਆ ਦੇ ਰਹੇ ਹੋ ਔਰ ਅਸੀਂ ਇਸ ਸੰਸਾਰ ਦੇ ਅੰਤ ਦੇ ਵਿੱਚ ਹੋਣ ਵਾਲੀ ਘਟਨਾਵਾਂ ਦੇ ਬਾਰੇ ਦਾਨੀਏਲ ਨਬੀ ਦੀ ਪੁਸਤਕ ਤੋਂ, ਉਸ ਦੀ ਭਵਿੱਖਬਾਣੀਆਂ ਤੋਂ ਸਿੱਖ ਰਹੇ ਹਾਂ। ਪਿਤਾ, ਅੱਜ ਅਸੀਂ ਜਾਣਿਆ ਕਿ ਤੁਸੀਂ ਬਹੁਤ ਸਾਰੀ ਚੀਜ਼ਾਂ ਨੂੰ ਹਜੇ ਸਾਡੇ ਉੱਤੇ ਪ੍ਰਗਟ ਨਹੀਂ ਕੀਤਾ ਔਰ ਤੁਸੀਂ ਚਾਹੁੰਦੇ ਵੀ ਨਹੀਂ ਹੋ ਕਿ ਉਹ ਸਮੇਂ ਤੋਂ ਪਹਿਲਾਂ ਸਾਡੇ ਉੱਤੇ ਪ੍ਰਗਟ ਕੀਤੀਆਂ ਜਾਣ। ਇਸੇ ਕਰਕੇ ਤੁਸੀਂ ਦਾਨੀਏਲ ਨੂੰ ਹੁਕਮ ਦਿੱਤਾ ਕਿ ਉਹ ਇਹਨਾਂ ਨੂੰ ਮੋਹਰ ਬੰਦ ਕਰ ਦੇ। ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਹੈ ਕਿ ਜੋ ਵੀ ਤੁਹਾਡੀ ਯੋਜਨਾ ਹੈ ਉਸ ਦੇ ਮੁਤਾਬਿਕ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਬੁੱਧੀ ਔਰ ਸਮਝ ਦਿਓ ਔਰ ਆਪਣੀ ਇੱਛਾ ਦੇ ਅਨੁਸਾਰ ਸਾਨੂੰ ਚਲਾਓ। ਪ੍ਰਭੂ ਜੀ, ਅਸੀਂ ਪੂਰੀ ਤਰ੍ਹਾਂ ਸੇ ਆਪਣੇ ਆਪ ਨੂੰ, ਆਪਣੀ ਦੇਹ ਪ੍ਰਾਣ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਸਾਡੇ ਜੀਵਨਾਂ ਦੇ ਵਿੱਚ ਤੁਹਾਡੀ ਮਰਜ਼ੀ ਪੂਰੀ ਹੋਏ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।